कॉइल होएगी। ਆਪਾਂ ਇਧਰ ਸ਼ੁਰੂ ਕਰਦੇ ਪਏ ਕਿ ਜੇ ਸੋਲੇਨੋਇਡ ਲਵਾਂ ਤੇ ਸੋਲੇਨੋਇਡ ਡਿਫਾਈਨ ਕੀਤਾ ਜਾਏਗਾ ਇੱਕ ਲੌਂਗ ਹੈਲੀਕਲ ਕੋਇਲ ਆ, यानी स्प्रिंग शेप च मेरी कॉइल होएगी। कंडीशन उच्च होएगी whose length is quite larger as compared to that of the its cross sectional area। ਜਿਹੜਾ ਇਹਦਾ ਡਾਇਆਮੀਟਰ ਹੋਏਗਾ, ਇਹਦੇ ਡਾਇਆਮੀਟਰ ਦੇ ਨਾਲੋਂ ਜੇ ਮੈਂ ਇਹਦੇ ਤੇ ਤਾਰ ਲਪੇਟਾਂ ਤੇ ਤਾਰ ਦਾ ਡਾਇਆਮੀਟਰ ਉਨਾ ਹੀ ਹੋਣਾ ਜਿੰਨਾ ਆ ਮੇਰੇ ਕੋਲ ਕਹਿੰਦਾ ਜੀ ਐਸ ਐਚ ਪੈਨ ਦਾ ਡਾਇਆਮੀਟਰ। मतलब इतने ਜਿਹੜੀ ਤਾਰ ਲਪੇਟਾਂਗਾ ਉਹਦਾ ਡਾਇਆਮੀਟਰ ਤੇ ਪੈਨ ਦਾ ਡਾਇਆਮੀਟਰ ਸੀ ਮੰਨਦੇ ਸੇਮ ਆ, ठीक है। ਤੇ ਜਿੰਨਾ ਐਸ ਐਚ ਇਸ ਪੈਨ ਦਾ ਜਾਂ ਸਰਕੂਲਰ ਕ੍ਰਾਸ ਸੈਕਸ਼ਨ ਦਾ ਡਾਇਆਮੀਟਰ ਹੋਏਗਾ ਤੇ ਦੂਜੇ ਪਾਸੇ ਜਿਹੜੀ ਇਹਦੀ ਕਹਿੰਦਾ ਜੀ ਐਸ ਐਚ ਹੈਲੀਕਲ ਕੋਇਲ ਦੀ ਲੈਂਥ ਹੋਏਗੀ। ਇਹਨਾਂ ਦੋ ਚੀਜ਼ਾਂ ਨੂੰ ਅਸੀਂ ਕੰਪੈਰੀਟਿਵ ਕਰਦੇ ਹਾਂ। ਕੁਝ ਕੰਡੀਸ਼ਨ ਹੈ ਕਹਿੰਦੇ ਪਏ if length of the helical coil is quite larger as compared to that of the diameter of the solid diameter of the coil, then helical coil is to be called as the solenoid। ठीक है, यानी जे मैं solenoid की गल करा तो इसको तो solenoid च ਅਸੀਂ ਆ ਦਿਖਾਵਾਂਗੇ सॉरी solenoid ਦੇ ਅੰਦਰ ਅਸੀਂ ਆ ਸ਼ੋ ਅਪ ਕਰਾਂਗੇ कि जे आ मेरे को एक coil given ਆ ਜਿਹਨੂੰ spring shape helical shape ਚ ਬਣਾਵਾਂਗਾ ਤੇ ਜੇ ਇਸ coil ਦੀ ਜਿਹੜੀ length ਹੋਏਗੀ if that length is quite larger as compared to that of the ਕਹਿੰਦਾ ਜੀ diameter of this ਕਹਿੰਦਾ ਜੀ helical coil, ਜਿਹੜਾ ਇਹਦੇ ਸਰਕੂਲਰ ਕ੍ਰਾਸ ਸੈਕਸ਼ਨ ਦਾ ਡਾਇਆਮੀਟਰ ਹੋਏਗਾ ਜੇ ਇਹਦੇ ਕੰਪੈਰੀਟਿਵਲੀ ਲੈਂਥ ਲੌਂਗਰ ਹੋਏਗੀ ਤੇ ਇਨ ਦੈਟ ਕੇਸ ਕਹਿੰਦਾ ਜੀ this coil is called as the solenoid। ठीक है, और टोरॉइड किनो कमांगा, टोरॉइड ਦੇ ਅੰਦਰ ਕੀ ਹੈ ਇਹੀ ਸੋਲੇਨੋਇਡ ਫੇਰ ਹੋਏਗੀ ਪਰ ਸ਼ੇਪ ਉਹਦੀ ਹੈਲੀਕਲ ਨਾ ਹੋ ਕੇ, ਠੀਕ ਹੈ, ਸ਼ੇਪ ਉਹਦੀ ਜਿਹੜੀ ਮੇਰੇ ਕੋਲ ਹੋਏਗੀ ਉਹ ਸਰਕੂਲਰ ਕਹਿੰਦਾ ਜੀ ਸ਼ੇਪ ਆਏਗੀ। मतलब दो मेरे को जे एसएच एम्प्टी सर्कुलर कॉइल्स लेना, ठीक है, ਇਹਦੇ ਅਕ੍ਰੋਸ ਤੁਸੀਂ ਇੱਥੇ ਐਸਐਚ ਕਹਿੰਦਾ ਜੀ ਜਿਹੜੀ ਇੱਕ ਕॉइल ਜਿਹੜੀ ਰੈਪ ਕੀਤੀ ਹੋਏਗੀ, ਯਾਨੀ ਇਸ ਥਾਂ ਤੇ ਅਸੀਂ ਕॉइल ਜਿਹੜੀ ਉਹ ਰੈਪ ਕੀਤੀ ਹੋਈ ਆ ਤੇ ਇਹਦੇ ਅਕ੍ਰੋਸ ਜਦੋਂ ਅਸੀਂ ਕਰੰਟ ਪਾਸ ਕਰਾਂਗੇ ਹੈ ਨਾ ਤੇ then this endless solenoid is called as the ਕਹਿੰਦਾ ਜੀ ਟੋਰॉइड। ਇਹਨੂੰ ਅਸੀਂ ਮੰਨ ਲੈਂਦੇ ਕਿ ਵੀ ਇਹ ਐਂਡਲੈਸ ਸੋਲੇਨੋਇਡ ਹੋ ਗਈ, ਠੀਕ ਹੈ, ਕਿਉਂਕਿ ਇਹਦੇ ਆ ਐਂਡ ਡਿਫਾਈਨ ਨਹੀਂ ਜਿੰਨਾ ਮਰਜ਼ੀ ਨੂੰ ਤੁਸੀਂ ਰੈਪ ਕਰਦੇ ਪਏ, ਠੀਕ ਹੈ। ਐਂਡਲੈਸ ਸੋਲੇਨੋਇਡ ਜਿਹੜੀ ਹੋਏਗੀ ਇਹਨੂੰ ਅਸੀਂ ਨਾਮ ਦੇ ਦਿੰਦੇ ਆ ਟੋਰॉइड ਆ, ਠੀਕ ਹੈ। ਤੇ ਆ ਮੇਰੇ ਕੋਲ ਜਿਹੜੀ ਹੈਲੀਕਲ ਸ਼ੇਪ ਚ ਕੋਇਲ ਹੋਏਗੀ ਇਹਨੂੰ ਅਸੀਂ ਨਾਮ ਦੇ ਦਿੰਦੇ ਇਹ ਸੋਲੇਨੋਇਡ ਆ। ਇਹਨਾਂ ਦੋਨਾਂ ਦੇ ਅੰਦਰ ਅਸੀਂ ਡਿਫਾਈਨ ਕਰਦੇ ਪਏ ਕਿ ਆ ਕੋਰ ਮੀਡੀਅਮ ਜਿਹੜਾ ਹੋਏਗਾ, ਕੋਰ ਮੀਡੀਅਮ ਕਿਹਨੂੰ ਕਹਾਂਗਾ, कोर मीडियम बॉडी यूज होएगा जिदे उत्ते ਅਸੀਂ ਕੋਇਲ ਰੈਪ ਕਰਨੀ ਹੈ। ਜਿੱਦਾਂ ਹੁਣ ਆ ਪੈਨ ਹੋ ਗਿਆ, ਠੀਕ ਹੈ, ਤੇ ਅੰਦਰ ਇਹਦਾ ਰਿਫਲ ਹੋ ਗਿਆ, ਉਹਦੇ ਇਨ ਬਿਟਵੀਨ ਜਿਹੜੀ ਐਮਪਟੀ ਸਪੇਸਿਸ ਆ, ਠੀਕ ਹੈ, ਮੈਂ ਉੱਥੇ ਮੰਨ ਲਓ ਕੋਇਲ ਲਪੇਟੀ ਆ ਪੈਨ ਹੋ ਗਿਆ, ਠੀਕ ਹੈ, ਆ ਪੈਨ ਹੋ ਗਿਆ ਜਿਹੜਾ ਇਹਦਾ ਕਵਰ ਆ ਤੇ ਅੰਦਰ ਜਿਹੜਾ ਇਹਦਾ ਰਿਫਲ ਆ, ਠੀਕ ਹੈ, ਮੈਂ ਰਿਫਲ ਵਾਲੇ ਜਿਹੜਾ ਪੋਰਟ ਆ ਉਹਦੇ ਉੱਤੇ ਕੋਇਲ ਰੈਪ ਕੀਤੀ ਹੈ। मतलब ਜਦੋਂ मैं एम्प्टी कोर बनावांगा, एम्प्टी कोर होएगी, ठीक है, ਤੇ ਉਸ ਮੂਮੈਂਟ ਇਹਨੂੰ ਟੋਰॉइड ਤੇ ਇਹਨੂੰ ਅਸੀਂ ਐਸੋ ਸੋਲੇਨੋਇਡ ਕਹਿੰਦੇ ਆ। ਜੇ ਮੈਂ ਹੁਣ ਇਹਦੇ ਅਕ੍ਰੋਸ ਅਸੀਂ ਕਰੰਟ ਪਾਸ ਕਰੀਏ ਤੇ ਇਹਦੇ ਅਕ੍ਰੋਸ ਕਰੰਟ ਪਾਸ ਕਰੀਏ ਤਾਂ ਅਸੀਂ ਡਿਫਾਈਨ ਕਰਦੇ ਹਾਂ ਇਟ ਸ਼ੁੱਡ ਬਿਹੇਵ ਐਜ਼ ਅ ਮੈਗਨੇਟ। मतलब ਸੋਲੇਨੋਇਡ ਦੀ ਸ਼ੇਪ ਬਦਲਦੀ ਆ, ਸੋਲੇਨੋਇਡ ਦੀ ਸ਼ੇਪ ਬਦਲਦੀ ਪਈ ਪਰ ਦੋਨੋਂ ਦੇ ਦੋਨੋਂ ਜਿਹੜੇ ਨੇ ਦੇ ਵਿਲ ਐਕਟ ਐਜ਼ ਅ ਸੋਰਸ ਆਫ ਮੈਗਨੈਟਿਕ ਫੀਲਡ। की मर्सी की क्या बेटा करंट स्ट्रेंथ दा ओके बेटा तो करंट स्ट्रेंथ दा डिफरेंस एज सच नहीं लवांगे। करंट ਅਸੀਂ सर्किट च अप्लाई करदे पए, ਹੁਣ करंट कितना अप्लाई कीता ਉਹਦੇ ਕੋਰਸਪੋਂਡਿੰਗ ਆਪਣੀ ਕੋਇਲ ਦੇ ਵਿੱਚ ਨੰਬਰ ਆਫ ਟਰਨਸ ਪਰ ਯੂਨਿਟ ਲੈਂਥ ਕਿੰਨੇ ਆ, ਇਹ ਸਾਰੀਆਂ ਚੀਜ਼ਾਂ, ਠੀਕ ਹੈ ਜੀ, ਐਸ ਸਚ ਕੋਇਲ ਦੇ ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਮੇਜ਼ਰ ਕਰਨਗੇ। ਤੁਸੀਂ ਦੋਨਾਂ ਦੇ ਵਿੱਚ ਕਰੰਟ ਸੇਮ ਪਾਸ ਕਰ ਦਿੱਤਾ ਪਰ ਜੇ ਦੋਨਾਂ ਦੇ ਨੰਬਰ ਆਫ ਟਰਨਸ ਡਿਫਰੈਂਟ ਨੇ ਤੇ ਇਹਦਾ ਮਤਲਬ ਆ ਜਿਹੜਾ ਮੇਰੇ ਕੋਲ ਟੋਟਲ ਕਰੰਟ ਬਣੇਗਾ ਇਸ ਕੋਇਲ ਦਾ ਤੇ ਇਸ ਕੋਇਲ ਤੋਂ ਡਿਫਰ ਕਰੇਗਾ, ਠੀਕ ਹੈ। ਹਰ ਇੱਕ ਟਰਨ ਦੇ ਵਿੱਚੋਂ ਕਰੰਟ ਜੇ ਸੇਮ ਵੀ ਪਾਸ ਹੋਵੇ ਪਰ ਜੇ ਓਵਰਆਲ ਇਹਨਾਂ ਦੋਨਾਂ ਦੇ ਨੰਬਰ ਆਫ ਟਰਨਸ ਦਾ ਡਿਫਰੈਂਸ ਹੋਏਗਾ ਤੇ ਇਹਦਾ ਮਤਲਬ ਇਹਨਾਂ ਦੇ ਕ੍ਰਾਸ ਕਰੰਟ ਦੀ ਸਟਰੈਂਥ ਦਾ ਵੀ ਡਿਫਰੈਂਸ ਹੋਏਗਾ। क्योंकि जेड़ा करंट ਅਸੀਂ सर्किट च कंसीडर करना वा, ठीक है, वो एज सच टोटल करंट पासिंग थ्रू ऑल द टर्न्स आ। ये जो मैथमेटिकल गल जोड़ांगा उचे वर्ड ਨੂੰ ऐड करांगा कि जेड़ा करंट ਅਸੀਂ कंसीडर करांगे दैट इज द टोटल करंट पासिंग थ्रू ऑल द टर्न्स ऑफ सोलेनोइड, ठीक है। ਤੇ ਇੰਡੀਵਿਜੂਅਲੀ ਹਰ ਇੱਕ ਟਰਨ ਦੇ ਵਿੱਚੋਂ ਜੇ ਮੈਂ ਮੰਨ ਲਵਾਂ 1 ਐਂਪੀਅਰ ਕਰੰਟ ਪਾਸ ਹੋ ਰਿਹਾ
ਇਹਦੇ 50 ਟਰਨ ਆ, ਇਹਦੇ 100 ਟਰਨ ਆ, ਤੇ ਮਤਲਬ ਇਹਦਾ ਓਵਰਆਲ ਜਿਹੜਾ ਕਰੰਟ ਆ ਉਹ ਸਟਰੋਂਗਰ ਹੋਏਗਾ ਐਸ ਕੰਪੇਅਰ ਟੂ ਕਹਿੰਦਾ ਜੀ ਦਿਸ ਕੋਇਲ। ਇਸ ਲਈ ਕਰੰਟ ਦੀ ਸਟਰੈਂਥ ਇਦਾਂ ਨਹੀਂ, ਕਰੰਟ ਦੀ ਸਟਰੈਂਥ ਇਦਾਂ ਚੇਂਜ ਜ਼ਰੂਰ ਹੋਏਗੀ ਕਿ ਵੀ ਮੇਰੇ ਟੋਟਲ ਕੋਇਲ ਦੇ ਵਿੱਚੋਂ ਨੰਬਰ ਆਫ ਟਰਨਸ ਕਿੰਨੇ ਨੇ, ਉਹਦੇ ਅਕੋਰਡਿੰਗਲੀ ਅਸੀਂ ਟੋਟਲ ਕਰੰਟ ਗਿਣਾਂਗੇ ਔਰ ਉਹ ਕਰੰਟ ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਅਫੈਕਟ ਕਰੇਗਾ। ਕਲੀਅਰ ਹੈ ਮਰਸੀ? ਮਰਸੀ क्लियर है बेटा जो पूछा तू? यस सर। ओके चल हम इसे नु कर रहे हैं डेरिवेशन च जदों सेकंड पार्ट च चलांगे ਇਹਦੀ ਦੁਬਾਰਾ ਗੱਲ ਕਰਾਂਗੇ। ਇਸ ਮੂਵਮੈਂਟ ਦਾ ਆਪਾਂ ਸ਼ੁਰੂ ਇਥੋਂ ਕਰਨ ਲੱਗੇ ਕਿ ਜੇ ਆਪਣੇ ਕੋਲ ਕੋਈ ਸੋਲੇਨੋਇਡ ਗਿਵਨ ਆ, ਠੀਕ ਹੈ, ਤੇ ਸੋਲੇਨੋਇਡ ਦਾ ਮੈਗਨੈਟਿਕ ਫੀਲਡ ਅਸੀਂ ਕੈਲਕੂਲੇਟ ਕਰਨਾ ਕਿਹੜੇ ਵੇ ਨਾਲ ਕਰੀਏ ਬੇਟਾ। ਦੇਖੋ ਤੇ ਸਭ ਤੋਂ ਪਹਿਲਾਂ ਸੋਲੇਨੋਇਡ ਦੀ ਗੱਲ ਦੁਬਾਰਾ ਫੇਰ ਸ਼ੁਰੂ ਕਰ ਰਹੇ ਹਾਂ। ਟੋਰਾਇਡ ਆਪਾਂ ਖਤਮ ਕਰ ਰਹੇ ਆਪਣੇ ਕੋਲ ਇਸ ਵੇਲੇ। solenoid it is a long helical coil, ठीक है जी, which is always to be made in such a way its length is quite larger as compared to that of the diameter of the radius of the coil, ठीक है। ਉਹਦੇ corresponding ਉਹਨੇ ਆਪਾਂ ਨੂੰ ਫਿਰ ਆ ਡਿਫਾਈਨ ਕਰ ਦਿੱਤਾ ਕਿ ਜਦੋਂ ਇਸ solenoid ਦੇ ਅਕ੍ਰੋਸ ਤੁਸੀਂ ਕਰੰਟ ਪਾਸ ਕਰੋਗੇ, ਠੀਕ ਹੈ, ਤੇ then current will passes through each and every circular term। ਕਰੰਟ ਇਹਦੇ ਹਰ ਸਰਕੂਲਰ ਟਰਮ ਦੇ ਵਿੱਚੋਂ ਦੀ ਪਾਸ ਹੋ ਕੇ ਜਾਣਾ, ਤੇ ਜਦੋਂ ਹਰ ਸਰਕੂਲਰ ਟਰਮ ਦੇ ਵਿੱਚ ਦੀ ਕਰੰਟ ਪਾਸ ਕਰੇਗਾ ਤੇ each circular term will behave as a magnet। ਅਸੀਂ ਆਲਰੇਡੀ ਇੱਕ ਟੌਪਿਕ ਪੜਿਆ ਆ ਵਾਲਾ ਕਿ ਕਿਸੇ ਸਰਕੂਲਰ ਕੋਇਲ 'ਚ ਜਦੋਂ ਕਰੰਟ ਪਾਸ ਕਰਦੇ ਹੋ, ਹਨਾ, ਕਿਸੇ ਸਰਕੂਲਰ ਕੋਇਲ 'ਚ ਜਦੋਂ ਕਰੰਟ ਪਾਸ ਕਰਾਂਗਾ ਤੇ this circular coil will behave as a magnet and it produce its magnetic field, ਜਿਹਦੀ ਸਟਰੈਂਥ ਆਪਾਂ ਇੱਕ ਸਰਕੂਲਰ ਕੋਇਲ ਦੀ ਕੱਢੀ ਹੋਈ ਹੈ। ਹੁਣ ਆਪਾਂ ਇੱਥੇ ਇਹ ਡਿਫਾਈਨ ਕਰ ਰਹੇ ਹਾਂ। ਔਰ ਦੂਜੀ ਗੱਲ ਇਹ 'ਚ ਹੋਰ ਇੱਕ ਸਮਝਣ ਵਾਲੀ ਆ, ਜੇ ਇਹਦੇ ਸਾਰੇ ਦੇ ਸਾਰੇ ਜਿੰਨੇ ਵੀ ਇਦਾਂ ਦੇ ਸਰਕੂਲਰ ਕੋਇਲ ਆਣੀਆਂ, ਜੇ ਉਹਨਾਂ ਸਾਰਿਆਂ ਦੇ ਵਿੱਚ ਕਰੰਟ ਸੇਮ ਡਾਇਰੈਕਸ਼ਨ 'ਚ ਫਲੋ ਕਰਦਾ ਜਾਏਗਾ ਤੇ ਇਹਨਾਂ ਸਾਰਿਆਂ ਦੇ ਅਕ੍ਰੋਸ ਰਾਈਟ ਹੈਂਡ ਥੰਬ ਰੂਲ ਦੇ ਅਕੋਰਡਿੰਗਲੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਉਹ ਸਾਰਿਆਂ ਦੇ ਵਿੱਚ ਮੇਰੇ ਕੋਲ ਜਿਹੜੀ ਕਹਿੰਦਾ ਜੀ ਸੇਮ ਹੋਏਗੀ, ठीक है। ਇਹਦਾ ਮਤਲਬ ਕੀ ਚੀਜ਼ ਆਈ ਕਿ ਜਦੋਂ ਆਪਾਂ ਕਹਿੰਦੇ ਜੀ ਸੋਲੇਨੋਇਡ ਚੋਂ ਕਰੰਟ ਪਾਸ ਕੀਤਾ ਐਂਡ ਦਿਸ ਸੋਲੇਨੋਇਡ ਵਿਲ ਬਿਹੇਵ ਐਜ਼ ਅ ਮੈਗਨੇਟ ਤੇ ਇਟ ਮਸਟ ਪ੍ਰੋਡਿਊਸ ਇਟਸ ਓਨ ਮੈਗਨੈਟਿਕ ਫੀਲਡ। ਇਹਦਾ ਮਤਲਬ ਇਹਨੇ ਸੋਲੇਨੋਇਡ ਨੇ ਆਪਣਾ ਮੈਗਨੈਟਿਕ ਫੀਲਡ ਬਣਾਉਣਾ ਔਰ ਇਹਦੇ ਮੈਗਨੈਟਿਕ ਫੀਲਡ ਦਾ ਜਿਹੜਾ ਪੈਟਰਨ ਹੋਏਗਾ, ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦਾ ਜਿਹੜਾ ਪੈਟਰਨ ਹੋਏਗਾ that is exactly match with that of the magnetic field pattern due to bar magnet। मतलब जे मेरे को एक परमानेंट बार मैग्नेट हुए, जे मेरे को एक परमानेंट बार मैग्नेट हुए तो इस परमानेंट बार मैग्नेट दा जो मैग्नेटिक फील्ड दा पैटर्न हुंदा, ਇਹਦਾ ਮੈਗਨੈਟਿਕ ਫੀਲਡ ਪੈਟਰਨ ਬਣਾਉਣ ਦਾ ਢੰਗ ਇਹ ਹੋਏਗਾ, ਆਪਾਂ ਇਹਦੇ ਨੀਅਰ ਬਾਈ ਇੱਥੇ ਕੰਪਸ ਨੀਡਲ ਰੱਖਾਂਗੇ। ਆਪਾਂ ਇਹਦੇ ਨੀਅਰ ਬਾਈ ਇੱਕ ਕੰਪਸ ਨੀਡਲ ਰੱਖਾਂਗਾ। ਕੰਪਸ ਨੀਡਲ ਜਿਹਦੇ ਨਾਰਥ ਤੇ ਸਾਊਥ ਪੋਲ ਆ, ਇਹਦੇ ਨਾਰਥ ਨੇ ਇਸ ਕੰਪਸ ਨੀਡਲ ਦੇ ਸਾਊਥ ਪੋਲ ਨੂੰ ਆਪਣੇ ਵੱਲ ਅਟਰੈਕਟ ਕਰਨਾ, ਠੀਕ ਹੈ, ਤੇ ਦੂਜੇ ਪੋਲ ਨੂੰ ਰਿਪੈਲ ਕਰਨਾ, ਠੀਕ ਹੈ। ਅਸੀਂ ਆ ਦੋ ਪੁਆਇੰਟ ਇਹਦੇ ਮਾਰਕ ਕਰ ਲੈਣੇ। ਇੱਥੋਂ ਕੰਪਸ ਚੁੱਕਣੀ ਅੱਗੇ ਰੱਖੂ, ਅੱਗੇ ਰੱਖੂ, ਅੱਗੇ ਰੱਖੂ, ਐਂਡ ਜਦੋਂ ਆਪਾਂ ਇੱਥੇ ਤੱਕ ਕਰਨੇ ਤੇ ਇਹਦੇ ਅਰਾਊਂਡ ਕੁਝ ਇਸ ਵੇ ਦਾ ਮੈਗਨੈਟਿਕ ਫੀਲਡ ਦਾ ਪੈਟਰਨ ਆ ਜਾਏਗਾ। ਸਿਮਿਲਰਲੀ ਇਹਦੇ ਇਸ ਸਾਈਡ ਤੇ ਵੀ ਇਸੇ ਵੇ ਦਾ ਪੈਟਰਨ ਆ ਜਾਏ। ਯਾਨੀ ਨੰਬਰ ਆਫ ਮੈਗਨੈਟਿਕ ਫੀਲਡ ਲਾਈਨ ਦਾ ਇਸ ਟਾਈਪ ਦਾ ਪੈਟਰਨ ਜਿਹੜਾ ਇਹ ਮੇਰੀ ਬਾਰ ਮੈਗਨੇਟ ਦੇ ਅਰਾਊਂਡ ਜਨਰੇਟ ਹੋਏਗਾ। ਆ ਚੀਜ਼ ਕਲੀਅਰ ਆ? यस सर। यस सर। ਸਿਮਿਲਰਲੀ ਫਿਰ ਜਿੱਦਾਂ ਇਹਦਾ ਮੈਗਨੈਟਿਕ ਫੀਲਡ ਦਾ ਪੈਟਰਨ ਜਨਰੇਟ ਹੁੰਦਾ, ਇਦਾਂ ਹੀ ਅਸੀਂ ਕਹਿੰਦੇ ਜੀ ਜਿਹੜਾ ਸੋਲੇਨੋਇਡ ਹੋਏਗਾ ਇਟ ਸ਼ੁਡ ਆਲਸੋ ਟੂ ਬੀ ਬਿਹੇਵ ਲਾਈਕ ਕਹਿੰਦਾ ਜੀ ਬਾਰ ਮੈਗਨੇਟ। ਯਾਨੀ ਇਹਦੇ ਅਰਾਊਂਡ ਵੀ ਅਸੀਂ ਕਹਿੰਦੇ ਕਿ ਇਸ ਟਾਈਪ ਦਾ ਇੱਕ ਮੈਗਨੈਟਿਕ ਫੀਲਡ ਦਾ ਪੈਟਰਨ ਆ ਜਾਏਗਾ। ਇਹਦੇ ਅਕ੍ਰੋਸ ਮੇਰੇ ਕੋਲ ਇਸੇ ਵੇ ਨਾਲ ਇੱਕ ਮੈਗਨੈਟਿਕ ਫੀਲਡ ਦਾ ਇਸ ਟਾਈਪ ਦਾ ਪੈਟਰਨ ਆ ਜਾਏਗਾ, ਜਿਹਦੇ ਵਿੱਚ ਅਸੀਂ ਨੋਟ ਕਿਆ ਕਰਾਂਗੇ ਕਿ ਜਿਹੜੀ ਮੈਗਨੈਟਿਕ ਫੀਲਡ ਲਾਈਨਸ ਨੇ, ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ, ਠੀਕ ਹੈ, ਇੰਟੀਰੀਅਰ ਆਫ ਦਾ ਸੋਲੇਨੋਇਡ, ਇੰਟੀਰੀਅਰ ਆਫ ਦਾ ਸੋਲੇਨੋਇਡ ਦੇ ਅੰਦਰ ਕਿਉਂਕਿ ਕਰੰਟ ਸਾਰਿਆਂ ਦੇ ਵਿੱਚ ਸੇਮ ਡਾਇਰੈਕਸ਼ਨ 'ਚ ਫਲੋ ਕਰਕੇ ਜਾਣਾ। ਜੇ ਹੁਣ ਮੈਂ ਇੱਥੋਂ ਰੱਖ ਕੇ ਤਾਂ ਚੱਲਾਂ ਕਿ ਵੀ ਇਹਦੇ ਅਕ੍ਰੋਸ ਜਿਹੜਾ ਕਰੰਟ ਆ ਉਹ ਜੇ ਇਸ ਵੇ ਨਾਲ ਕਲੌਕਵਾਈਜ਼ ਘੁੰਮਦਾ ਤੇ ਇਸ ਪੁਆਇੰਟ ਤੇ ਬਣਨ ਵਾਲਾ ਮੈਗਨੈਟਿਕ ਫੀਲਡ ਇਨਵਰਟ ਹੋਏਗਾ, ਇਹਦਾ ਵੀ ਇਨਵਰਟ, ਇਹਦਾ ਵੀ ਇਨਵਰਟ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸੈਂਟਰ 'ਚੋਂ ਮੈਗਨੈਟਿਕ ਫੀਲਡ ਦਾ ਪੈਟਰਨ ਹੋਏਗਾ, ਜਿਹੜਾ ਸੈਂਟਰ 'ਚੋਂ ਇਹਦਾ ਮੈਗਨੈਟਿਕ ਫੀਲਡ ਦਾ, ਇਹਦਾ ਮੈਗਨੈਟਿਕ ਫੀਲਡ, ਇਹਦਾ ਮੈਗਨੈਟਿਕ ਫੀਲਡ, ਹਰ ਕੋਇਲ ਦਾ ਜਿਹੜਾ ਮੈਗਨੈਟਿਕ ਫੀਲਡ ਸੈਂਟਰ 'ਚ ਹੋਏਗਾ ਦੇ ਆਲ ਲਾਈ ਇਨ ਸੇਮ ਡਾਇਰੈਕਸ਼ਨ। ਤੇ ਜਦੋਂ ਸੇਮ ਡਾਇਰੈਕਸ਼ਨ 'ਚ ਲਾਈ ਕਰੇਗਾ ਇਹਦਾ ਮਤਲਬ ਇੰਟੀਰੀਅਰ ਆਫ ਸੋਲੇਨੋਇਡ ਦੇ ਅੰਦਰ, ਇੰਟੀਰੀਅਰ ਆਫ ਸੋਲੇਨੋਇਡ ਦੇ, ਹਨਾ,
केस दे अंदर कहना जी मैग्नेटिक फील्ड लाइन दे ऑल पासेस इन द सेम डायरेक्शन, यानी अंदरले पासे सोलेनॉइड दे जेडी मैग्नेटिक फील्ड लाइंस ने वो सेम डायरेक्शन च फ्लो करनी ते सेम डायरेक्शन च फ्लो करन करके जे ਇਹਦਾ पैटर्न कंप्लीट करिए ते इस केस दे अंदर जब मैग्नेटिक फील्ड दा पैटर्न इस वे दा बनेगा, मैग्नेटिक फील्ड दा पैटर्न आ आएगा और इसी तरह ऊपरले पासे जे इनु ਆਪਾਂ कंप्लीट करांगे ते ਇਹਦੇ आउटसाइड ਜਿਹੜਾ मैग्नेटिक फील्ड दा पैटर्न आएगा कुछ इस वे दा मेरे को आएगा। ਤੇ ਜੇ ਮੈਂ ਦੋਨੋਂ ਟਾਈਪ ਦੇ ਪੈਟਰਨ ਨੂੰ ਆਬਜ਼ਰਵ ਕਰਾਂ, ਜੇ ਮੈਂ ਦੋਨੋਂ ਟਾਈਪ ਦੇ ਪੈਟਰਨ ਨੂੰ ਆਬਜ਼ਰਵ ਕਰੀਏ ਤੇ ਵੀ ਆਬਜ਼ਰਵ ਆਊਟਸਾਈਡ ਦਾ ਸੋਲੇਨੋਇਡ, ਆਊਟਸਾਈਡ ਦਾ ਸੋਲੇਨੋਇਡ ਹਰ ਟਰਨ ਦਾ ਮੈਗਨੈਟਿਕ ਫੀਲਡ ਆਊਟਸਾਈਡ ਦਾ ਸੋਲੇਨੋਇਡ ਇੱਕ ਦੂਜੇ ਤੋਂ ਆਪੋਜ਼ਿਟ ਡਾਇਰੈਕਸ਼ਨ ਚ ਕਿੱਦਾਂ ਕਹਿਣਾ ਪਿਆ, ਜੇ ਮੈਂ ਆਹ ਵਾਲੀ ਡਾਇਰੈਕਸ਼ਨ ਨੂੰ ਲੈ ਕੇ ਚੱਲਾਂ, ਜੇ ਮੈਂ ਇਸ ਡਾਇਰੈਕਸ਼ਨ ਨੂੰ ਲੈ ਕੇ ਚੱਲਾਂ ਇਹਦੀ ਡਾਇਰੈਕਸ਼ਨ ਮੇਰੇ ਕੋਲ ਇਸ ਵੇ ਨਾਲ ਘੁੰਮਦੀ ਪਈ ਜਿਹੜੀ ਕਿ ਕਲੌਕਵਾਈਜ਼ ਹੋਏਗੀ। ਜੇ ਮੈਂ ਇਹਦੇ ਪੈਟਰਨ ਨੂੰ ਲੈ ਕੇ ਉੱਪਰ ਵਾਲੇ ਨੂੰ ਚੱਲਾਂ ਤੇ ਇਹਦੀ ਡਾਇਰੈਕਸ਼ਨ ਐਸ ਸੱਚ ਮੇਰੇ ਕੋਲ ਜਿਹੜੀ ਉਹ ਐਂਟੀ ਕਲੌਕਵਾਈਜ਼ ਘੁੰਮਦੀ ਪਈ, ਮਤਲਬ ਇੱਕ ਦਾ ਮੈਗਨੈਟਿਕ ਫੀਲਡ ਪੈਟਰਨ ਜਿਹੜਾ ਵਾ ਉਹ ਆਊਟਸਾਈਡ ਦਾ ਸੋਲੇਨੋਇਡ ਜਿਹੜਾ ਵਾ ਉਹ ਕਲੌਕਵਾਈਜ਼ ਬਣੇਗਾ ਔਰ ਦੂਜੇ ਦਾ ਆਊਟਸਾਈਡ ਦਾ ਸੋਲੇਨੋਇਡ ਜਿਹੜਾ ਪੈਟਰਨ ਹੋਏਗਾ ਉਹ ਐਂਟੀ ਕਲੌਕਵਾਈਜ਼ ਹੋਏਗਾ। ਇਹਦਾ ਮਤਲਬ ਕਿਸੇ ਵੀ ਇੱਕ ਪੁਆਇੰਟ ਦੇ ਉੱਤੇ ਸੋਲੇਨੋਇਡ ਦੇ ਕਿਸੇ ਵੀ ਇੱਕ ਪੁਆਇੰਟ ਦੇ ਉੱਤੇ ਜਦੋਂ ਆਊਟਸਾਈਡ ਦਾ ਸੋਲੇਨੋਇਡ ਮੈਗਨੈਟਿਕ ਫੀਲਡ ਦੇਖਾਂਗੇ ਤੇ they are always to be flowing in opposite direction, ਜਿਹਦੇ ਕਰਕੇ ਇਹ ਇੱਕ ਦੂਜੇ ਦਾ ਇਫੈਕਟ ਸੋਲੇਨੋਇਡ ਤੋਂ ਬਾਹਰ ਕੈਨਸਲ ਕਰਦੇ ਜਾਓਗੇ। ਹਾਂ, ਇੰਟੀਰੀਅਰ ਆਫ ਦਾ ਸੋਲੇਨੋਇਡ ਦੇ ਅੰਦਰ ਸਾਰਿਆਂ ਦੀ ਮੈਗਨੈਟਿਕ ਫੀਲਡ ਲਾਈਨ ਦੀ ਡਾਇਰੈਕਸ਼ਨ ਸੇਮ ਆ, ਇਸ ਲਈ ਇੰਟੀਰੀਅਰ ਆਫ ਸੋਲੇਨੋਇਡ ਦੇ ਅੰਦਰ ਮੈਗਨੈਟਿਕ ਫੀਲਡ ਲਾਈਨਾਂ ਐਡ ਹੁੰਦੀਆਂ ਜਾਣਗੀਆਂ। ਇਸ ਲਈ ਜਦੋਂ ਵੀ ਸੋਲੇਨੋਇਡ ਦਾ ਕੇਸ ਬਣੇਗਾ ਉਹ ਚ ਅਸੀਂ ਇਹ ਡਿਫਾਈਨ ਕਰਦੇ ਨੇ ਆਊਟਸਾਈਡ ਦਾ ਸੋਲੇਨੋਇਡ ਮੈਗਨੈਟਿਕ ਫੀਲਡ ਲਾਈਨ ਦੀ ਡਾਇਰੈਕਸ਼ਨ ਜਿਹੜੀ ਹੈਗੀ ਉਹ ਇੱਕ ਦੂਜੇ ਟਰਨ ਦਾ ਇਫੈਕਟ ਕੈਨਸਲ ਕਰਦੀ ਆ। ਠੀਕ ਹੈ, ਇੰਟੀਰੀਅਰ ਆਫ ਦਾ ਸੋਲੇਨੋਇਡ ਆਲ ਦਾ ਮੈਗਨੈਟਿਕ ਫੀਲਡ ਲਾਈਨ ਫਲੋ ਇਨ ਦਾ ਸੇਮ ਡਾਇਰੈਕਸ਼ਨ ਸੋ ਦੇ ਐਡਡ ਅਪ। ਇਸ ਲਈ ਅੰਦਰਲੇ ਪਾਸੇ ਮੈਗਨੈਟਿਕ ਫੀਲਡ ਐਡ ਕਰਕੇ ਸੋਲੇਨੋਇਡ ਦੇ ਅੰਦਰਲੇ ਪਾਸੇ ਮੈਗਨੈਟਿਕ ਫੀਲਡ ਲਾਈਨਾਂ ਐਡ ਕਰਕੇ ਸਟਰੋਂਗਰ ਮੈਗਨੈਟਿਕ ਫੀਲਡ ਬਣਾਉਣਗੀਆਂ, ਜਦਕਿ ਬਾਹਰਲੇ ਪਾਸੇ ਇੱਕ ਦੂਜੇ ਦਾ ਇਫੈਕਟ ਕੈਨਸਲ ਕਰਕੇ ਮੈਗਨੈਟਿਕ ਫੀਲਡ ਨੂੰ ਵੀਕ ਕਰਦੀਆਂ ਜਾਣਗੀਆਂ। ਇਸ ਲਈ ਸੋਲੇਨੋਇਡ ਦੇ ਬਾਹਰਲੇ ਪਾਸੇ ਮੈਗਨੈਟਿਕ ਫੀਲਡ ਅਸੀਂ ਕੰਸੀਡਰ ਕਰਦੇ ਵੀਕਰ ਆ ਔਰ ਆਪਣੇ ਕੋਲ ਐਸਐਚਐਸ ਉਹਦੀ ਨੈਟ ਵੈਲਿਊ 0 ਲੈ ਲੈਂਦੇ, ਪਰ ਇੰਟੀਰੀਅਰ ਆਫ ਸੋਲੇਨੋਇਡ ਦੇ ਕੇਸ ਦੇ ਅੰਦਰ ਮੈਗਨੈਟਿਕ ਫੀਲਡ ਲਾਈਨਾਂ ਸੇਮ ਡਾਇਰੈਕਸ਼ਨ 'ਚ ਫਲੋ ਕਰਦੀਆਂ, ਇਸ ਲਈ ਇਹਨਾਂ ਨੇ ਐਡ ਕਰਕੇ ਓਵਰਆਲ ਅੰਦਰ ਸਟਰੋਂਗਰ ਮੈਗਨੈਟਿਕ ਫੀਲਡ ਦਾ ਪੈਟਰਨ ਬਣਾਉਣਾ। ਜੇ ਇੰਨੀ ਗੱਲ ਪਹਿਲਾਂ ਸਮਝ ਲੱਗ ਰਹੀ ਸੋਲੇਨੋਇਡ ਦੀ ਤੇ ਇਹ ਦੱਸੋ ਜੇ ਕੁਝ ਡਾਊਟ ਹੈਗਾ ਉਹ ਪੁੱਛੋ, ਫਿਰ ਆਪਾਂ ਇਹਦਾ ਮੈਥਮੈਟੀਕਲ ਪਾਰਟ 'ਚ ਚੱਲਣਾ। क्या सर ਹਾਂਜੀ सोलेनोइड के बाहर मैग्नेटिक फील्ड निकलते घूम क्यों गई मींस ऊपर ਨੂੰ ਟਰਨ ਕਿਉਂ ਲੈ ਲਿਆ ਇਹਦਾ सोलेनोइड ਦੇ ਬਾਹਰ ਸੇ मैग्नेटिक फील्ड ਜਿਹੜੀ ਉਹ सोलेनोइड ਤੋਂ ਬਾਹਰ ਨਿਕਲਦੀ ਉੱਪਰ ਨੂੰ ਟਰਨ ਕਿਉਂ ਵੱਜ ਗਿਆ ताकि मैग्नेटिक जे ਇਹ ਮੇਰੀ ਸੋਲੇਨੋਇਡ ਇਹ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਆ, ਯਾਨੀ ਆ ਸਰਕੂਲਰ ਕੋਇਲ ਜਿਹੜੇ ਨੇ ਜੇ ਮੈਂ ਇਹ ਸਰਕੂਲਰ ਟਰਨ ਨੂੰ ਲੈ ਕੇ ਚੱਲਾਂ ਤੇ ਜਦੋਂ ਇਹਨਾਂ ਸਰਕੂਲਰ ਟਰਨ ਚੋਂ ਕਰੰਟ ਪਾਸ ਕਰਦਾ ਪਿਆ ਤੇ ਇਹਦਾ ਮਤਲਬ ਜਿਸ ਫੇਸ ਤੋਂ ਮੈਂ ਇਹਨੂੰ ਦੇਖਦਾ ਹੋਵਾਂਗਾ, ਮੰਨ ਲਓ ਜੇ ਮੈਂ ਆਹ ਸਰਕੂਲਰ ਟਰਨ ਇੱਕ ਮੇਰੇ ਕੋਲ ਹੈਗਾ ਇਸ ਪਾਸੇ ਤੋਂ ਮੈਂ ਦੇਖਦਾ ਪਿਆ ਆ ਉਹਦੀ ਸੋਲੇਨੋਇਡ ਦੀ ਲੈਂਥ ਹੋਵੇ, ਜਦੋਂ ਇਧਰੋਂ ਮੈਨੂੰ ਮੈਂ ਦੇਖਦਾ ਪਿਆ ਤੇ ਜੇ ਇੱਥੇ ਕਰੰਟ ਕਲੌਕਵਾਈਜ਼ ਘੁੰਮਦਾ ਪਿਆ ਇਹਦਾ ਮਤਲਬ ਮੇਰੇ ਲਈ ਇੱਥੇ ਇਸ ਪੁਆਇੰਟ ਦੇ ਉੱਤੇ ਅੱਜ ਤੇ ਮੈਂ ਚੌਕ ਰੱਖਦਾ ਇਹਦੇ ਵੱਲ ਇਸ ਪੁਆਇੰਟ ਤੇ ਕੁਝ ਮੈਗਨੈਟਿਕ ਫੀਲਡ ਐਕਸਪੀਰੀਅੰਸ ਹੋਏਗਾ। ਇਹਦਾ ਮਤਲਬ ਹੋ ਗਿਆ ਕਿ ਆਹ ਪੁਆਇੰਟ ਜਿਹੜਾ ਹੋਏਗਾ ਇਹ ਕਰੰਟ ਕਿਉਂਕਿ ਕਲੌਕਵਾਈਜ਼ ਘੁੰਮਦਾ ਪਿਆ ਇਹ ਇੱਕ ਤਰ੍ਹਾਂ ਮੈਗਨੇਟ ਦਾ ਸਾਊਥ ਪੋਲ ਬਣਿਆ। ਇਹਦੇ ਇਧਰਲੇ ਪਾਸੇ ਜਿਹੜਾ ਹੋਏਗਾ ਜੇ ਇਧਰੋਂ ਕਲੌਕਵਾਈਜ਼ ਅਪੀਅਰ ਹੋ ਰਿਹਾ ਉਧਰੋਂ ਐਂਟੀ ਕਲੌਕਵਾਈਜ਼ ਹੋ, ਇਹਦੇ ਨਾਲ ਉਸ ਪਾਸੇ ਨੂੰ ਇਹਦਾ ਨਾਰਥ ਪੋਲ ਹੋਏਗਾ। ਇਹਦਾ ਮਤਲਬ ਆਪਣੇ ਆਪ 'ਚ ਹਰ ਸਰਕੂਲਰ ਟਰਨ ਇੱਕ ਕੰਪਲੀਟ ਮੈਗਨੇਟ ਬਣਿਆ ਜਿਹਦੇ ਆਪਣੇ ਨਾਰਥ ਸਾਊਥ ਪੋਲ ਆ, ਇਹਦੇ ਆਪਣੇ ਨਾਰਥ ਸਾਊਥ ਪੋਲ ਆ। ਅਲਟੀਮੇਟ ਅੰਦਰਲੇ ਪਾਸੇ ਉਹਨਾਂ ਦਾ ਇਫੈਕਟ ਇਹ ਬਣਦਾ ਜਾਊਗਾ ਕਿ ਉਹਨਾਂ ਸਾਰਿਆਂ ਦੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਉਹ ਇੱਕੋ ਪਾਸੇ ਨੂੰ ਆਣੀ। ਔਰ ਮੈਗਨੈਟਿਕ ਫੀਲਡ ਲਾਈਨ ਦੀ ਪ੍ਰੋਪਰਟੀ ਆ, ਠੀਕ ਹੈ, ਮੈਗਨੈਟਿਕ ਫੀਲਡ ਲਾਈਨਸ ਆਰ ਆਲਵੇਜ਼ ਕੰਟੀਨਿਊਸ ਇਨ ਨੇਚਰ। ਤੇ ਜੇ ਮੈਗਨੈਟਿਕ ਫੀਲਡ ਲਾਈਨਾਂ ਕੰਟੀਨਿਊਸ ਹੁੰਦੀਆਂ ਉਹਦਾ ਹਮੇਸ਼ਾ ਮਤਲਬ ਇਹ ਹੁੰਦਾ ਆਊਟਸਾਈਡ ਦਾ ਮੈਗਨੇਟ ਇਹ ਲਾਈਨਸ ਨਾਰਥ ਟੂ ਸਾਊਥ ਡਾਇਰੈਕਸ਼ਨ 'ਚ ਫਲੋ ਕਰਦੀ ਹੈ। ਆਊਟਸਾਈਡ ਦਾ ਸੋਲੇਨੋਇਡ ਇਹ ਲਾਈਨ ਮੈਗਨੈਟਿਕ ਲਾਈਨ ਜਿਹੜੀ ਹੋਏਗੀ ਇਹ ਨਾਰਥ ਟੂ ਸਾਊਥ ਫਲੋ ਕਰਦੀ ਤੇ ਇੰਟੀਰੀਅਰ ਆਫ ਦਾ ਸੋਲੇਨੋਇਡ ਦੇ ਅੰਦਰ ਇਹ ਮੈਗਨੈਟਿਕ ਲਾਈਨਾਂ ਜਿਹੜੀਆਂ ਨੇ ਸਾਊਥ ਟੂ ਨਾਰਥ ਫਲੋ ਕਰਦੀਆਂ।
ਇਹਦਾ ਮਤਲਬ ਜੇ ਆ ਮੇਰੇ ਕੋਲ ਬਾਰ ਮੈਗਨੇਟ ਦੀ ਪ੍ਰਾਪਰਟੀ ਆ ਤੇ ਸੋਲੇਨੋਇਡ ਵੀ ਮੇਰੀ ਇੱਕ ਬਾਰ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਇਹਦਾ ਮਤਲਬ ਇਸ ਸੋਲੇਨੋਇਡ ਨੇ ਵੀ ਫਿਰ ਆਪਣਾ ਜਿਹੜਾ ਮੈਗਨੈਟਿਕ ਫੀਲਡ ਦਾ ਪੈਟਰਨ ਆ ਉਹ ਇੱਕ ਕੰਟੀਨਿਊਸ ਲੂਪ ਚ ਬਣਾਣਾ। ਇਹ ਨਹੀਂ ਹੋਏਗਾ ਅੰਦਰਲੇ ਪਾਸੇ ਮੈਗਨੈਟਿਕ ਫੀਲਡ ਹੈਗਾ ਤੇ ਅਸੀਂ ਕਹਿੰਦੇ ਕਿ ਵੀ ਇਹ ਆਪਣੇ ਆਪ ਚ ਸਿਰਫ ਲਾਈਨ ਇਸੇ ਬਿਨਾ ਚੱਲਦੀ ਪਈ ਹੈ। ਮੈਗਨੈਟਿਕ ਫੀਲਡ ਲਾਈਨ ਹਮੇਸ਼ਾ ਇੱਕ ਕੰਟੀਨਿਊਸ ਲੂਪ ਬਣਾਉਂਦੀ ਹੈ, ਕਲੋਜ਼ ਪਾਥ ਬਣਾਉਂਦੀ ਹੈ। ਤੇ ਇਸ ਲਈ ਕਲੋਜ਼ ਪਾਥ ਜੇ ਬਣਾਉਂਗਾ ਤਾਂ ਉਹਦਾ ਇੰਟੀਰੀਅਰ ਤੇ ਐਕਸਟੀਰੀਅਰ ਦੋਨਾਂ ਨੂੰ ਮਿਲਾ ਕੇ ਬਣੂ। ओके सर। हाँ जी, और ज्यादा डाउट है बोलो बेटा एक बार, फिर आप उसको आगे कंटिन्यू करेंगे। इतना क्लियर है? यस चल इस Yes, कंटिन्यू sir. करते हैं। ਹੁਣ ਜਦੋਂ ਇਸ ਸੋਲੇਨੋਇਡ ਦੇ ਅਕ੍ਰੋਸ ਕਰੰਟ ਪਾਸ ਕਰਦੇ ਪਏ ਐਂਡ ਇਟ ਵਿਲ ਪ੍ਰੋਡਿਊਸ ਦਾ ਮੈਗਨੈਟਿਕ ਫੀਲਡ। ਉਹਨੇ ਪੁੱਤ ਸੇਮ ਆਪਣੇ ਕੋਲ ਐਂਪੀਅਰ ਸਰਕੂਟ ਲਾਅ ਦੀ ਐਪਲੀਕੇਸ਼ਨ ਬਣਾ ਕੇ ਕੀ ਡਿਫਾਈਨ ਕਰਨ ਲੱਗਿਆ। ਜੇ ਮੈਂ ਇਸ ਸੋਲੇਨੋਇਡ ਨੂੰ ਇਸ ਵੇ ਨਾਲ ਸ਼ੋ ਆਫ ਕਰਾਂ ਕਿ ਆ ਮੰਨ ਲਓ ਮੇਰੇ ਕੋਲ ਇਹਦੀ ਕੋਈ ਕੋਰ ਹੋਵੇ ਜਿਹਦੇ ਤੇ ਮੈਂ ਕੁਆਇਲ ਲਪੇਟੀ ਉਹਨੂੰ ਕੋਰ ਕਹਿਣਾ ਪਿਆ। ਇਹਦੇ ਤੇ ਜਦੋਂ ਮੈਂ ਵਾਇਰ ਇਸ ਵੇ ਨਾਲ ਰੈਪ ਕੀਤੀ ਆ, ਇਹਦੇ ਤੇ ਮੈਂ ਵਾਇਰ ਇਸ ਵੇ ਨਾਲ ਰੈਪ ਕੀਤੀ ਹੋਈ ਆ, ਹੁਣ ਜਦੋਂ ਆਪਾਂ ਇਸ ਵਾਇਰ ਚੋਂ ਕਰੰਟ ਪਾਸ ਕਰਦੇ ਆ ਤੇ ਇੰਟੀਰੀਅਰ ਦੇ ਅੰਦਰ ਆਪਾਂ ਨੂੰ ਇੱਕ ਚੀਜ਼ ਮਿਲਦੀ ਕਿ ਵੀ ਸਾਰੀਆਂ ਮੈਗਨੈਟਿਕ ਫੀਲਡ ਲਾਈਨ ਜਿਹੜੀਆਂ ਨੇ ਦੇ ਆਲ ਫਲੋ ਇਨ ਦਾ ਸੇਮ ਡਾਇਰੈਕਸ਼ਨ। ਠੀਕ ਹੈ, ਜਦੋਂ ਸਾਰੀਆਂ ਮੈਗਨੈਟਿਕ ਲਾਈਨਾਂ ਮੇਰੇ ਕੋਲ ਸੇਮ ਡਾਇਰੈਕਸ਼ਨ ਚ ਫਲੋ ਕਰਦੀਆਂ, ਉਹਨੇ ਕਿਹਾ ਕਿ ਵੀ ਇਹਦਾ ਐਸ ਸੱਚ ਮੈਗਨੈਟਿਕ ਫੀਲਡ ਕਿਸੇ ਇੱਕ ਪੁਆਇੰਟ ਤੇ ਕੈਲਕੂਲੇਟ ਕਰੋ ਕਿੰਨਾ, ਤੇ ਉਹਦੇ ਮੈਗਨੈਟਿਕ ਫੀਲਡ ਨੂੰ ਕੈਲਕੂਲੇਟ ਕਰਨ ਵਾਸਤੇ ਆਪਾਂ ਇਸੇ ਫਿਗਰ ਨੂੰ ਸਿੰਪਲੀਫਾਈਡ ਵੇ ਨਾਲ ਕਿੱਦਾਂ ਬਣਾਉਣ ਲੱਗੇ। ਇਹਦੀ ਥਾਂ ਤੇ ਆਪਾਂ ਫਿਗਰ ਆ ਲੈ ਰਹੇ ਕਿ ਵੀ ਆ ਮੇਰੇ ਕੋਲ ਕੋਰ ਆ ਗਈ और ਇਹਦੇ ਤੇ ਅਸੀਂ ਆ ਸਿਰਫ ਸ਼ੋ ਆਫ ਕਰਦੇ ਪਏ ਜਿਹੜੇ ਸਾਡੇ ਟਰਨਸ ਨੇ ਉਹਨਾਂ ਦੇ ਆਊਟਰ ਪੋਰਸ਼ਨ ਯਾਨੀ ਆ ਸਾਰੇ ਪੁਆਇੰਟ ਜਿਹੜੇ ਨੇ ਆਪਾਂ ਸ਼ੋ ਆਫ ਕਰਦੇ ਪਏ। ਠੀਕ ਹੈ, ਇੰਟੀਰੀਅਰ ਦੇ ਅੰਦਰ ਅਸੀਂ ਦਿਖਾਤਾ ਕਿ ਵੀ ਮੈਗਨੈਟਿਕ ਫੀਲਡ ਲਾਈਨਾਂ ਮੇਰੇ ਕੋਲ ਇਸ ਡਾਇਰੈਕਸ਼ਨ ਚ ਫਲੋ ਕਰਦੀਆਂ, ਯਾਨੀ ਇਧਰ ਮੇਰੇ ਮੈਗਨੇਟ ਦਾ ਨਾਰਥ ਪੋਲ ਹੋ ਜੂ, ਇਧਰ ਮੇਰੇ ਕੋਲ ਜਿਹੜਾ ਉਹਦਾ ਸਾਊਥ ਪੋਲ ਆ ਜਾਏਗਾ। ਤੇ ਐਸ ਸੱਚ ਇਸ ਸੋਲੇਨੋਇਡ ਦੇ ਇਸ ਸੈਕਸ਼ਨ ਦੇ ਵਿੱਚ ਤੁਸੀਂ ਇੱਕ ਰੈਕਟੈਂਗੂਲਰ ਐਂਪੀਰੀਅਨ ਲੂਪ ਲੈਣ ਲੱਗੇ ਹੋ। ਜੇ ਆ ਕ੍ਰਾਸ ਸੈਕਸ਼ਨ ਰੈਕਟੈਂਗੂਲਰ ਲੈਤਾ ਤੇ ਆਪਾਂ ਇਹਦਾ ਇੱਕ ਰੈਕਟੈਂਗੂਲਰ ਐਂਪੀਰੀਅਨ ਲੂਪ ਲੈ ਰਹੇ ਹਾਂ। ਇਸ ਰੈਕਟੈਂਗੂਲਰ ਐਂਪੀਰੀਅਨ ਲੂਪ ਦੇ ਅਕ੍ਰੋਸ ਤੁਸੀਂ ਇਹਦਾ ਮੈਗਨੈਟਿਕ ਫੀਲਡ ਕੈਲਕੂਲੇਟ ਕਰੋ ਕਿ ਵੀ ਆ ਸੈਗਮੈਂਟ ਚੋਂ ਜਦੋਂ ਮੇਰੇ ਕੋਲ ਐਸਾ ਚ ਮੈਗਨੈਟਿਕ ਫੀਲਡ ਬਣਿਆ, ਠੀਕ ਹੈ, ਉਹਦੀ ਸਟਰੈਂਥ ਕਿੰਨੀ, ਇਸੇ ਤਰ੍ਹਾਂ Q2R R2S S2P। ਠੀਕ ਹੈ, ਯਾਨੀ ਮੈਂ ਇੱਥੋਂ ਜੋ ਸ਼ੁਰੂ ਕਰਨ ਲੱਗਿਆ ਇੱਕ ਵਾਰੀ ਸਮਝਿਓ ਗੱਲ ਨੂੰ ਧਿਆਨ ਨਾਲ। ਅਕੋਰਡਿੰਗ ਟੂ ਐਂਪੀਅਰ ਸਰਕੂਟ ਲਾਅ, according to Ampere's circular law, condition is saying Ampere's circular law the line integral of magnetic field, ठीक है, is equal to mu naught times the आ टर्म आगे जाके समझने वाली आएगी mu naught times the I dash। ਹੁਣ I dash ਆਪਾਂ ਕਿਹਨੂੰ ਕਹਿਣਾ ਉਹ ਸਮਝਿਓ ਗੱਲ ਅੱਗੇ ਜਾ ਕੇ। ਇਥੋਂ ਕਰੰਟ ਜਿਹੜਾ ਪਾਸ ਕਰਦਾ ਪਿਆ ਸੀ ਕਹਿੰਦੇ ਜੀ ਮੇਰੇ ਕੋਲ SH I dash ਆ ਗਿਆ। ਠੀਕ ਹੈ, I dash ਅਸੀਂ ਡਿਫਾਈਨ ਕਰਾਂਗੇ ਟੋਟਲ ਕਰੰਟ ਪਾਸਿੰਗ ਥਰੂ ਆਲ ਦਾ ਟਰਨਸ ਆਫ ਦਾ ਸੋਲੇਨੋਇਡ। ਸੋਲੇਨੋਇਡ ਦੇ ਜਿੰਨੇ ਵੀ ਟੋਟਲ ਟਰਨਸ ਆ ਉਹਨਾਂ ਚ ਮਿਲਾ ਕੇ ਟੋਟਲ ਕਰੰਟ ਜਿਹੜਾ ਉਹਨੂੰ ਅਸੀਂ I dash ਕਹਾਂਗੇ। ਹਰ ਟਰਨ ਚੋਂ ਜਿਹੜਾ ਕਰੰਟ ਆ ਅਸੀਂ ਉਹਨੂੰ I ਕਹਿ ਲਾਂਗੇ। ਹੁਣ ਇਸ ਸਾਈਡ ਨੂੰ ਜੇ ਮੈਂ ਬਣਾਵਾਂ ਸਭ ਤੋਂ ਪਹਿਲਾਂ ਇਧਰ ਬਾਅਦ ਚੋਂ ਚੱਲਾਂਗੇ। ਆਪਾਂ ਗੱਲ ਕੀਤੀ ਸੀ ਕਿ ਜਿੱਦਾਂ ਗੌਸ ਥਿਉਰਮ ਦੇ ਅੰਦਰ ਆ ਸਾਈਡ ਪਹਿਲਾਂ ਸੋਲਵ ਕਰਦੇ ਹੋ ਫਿਰ ਆ ਸਾਈਡ ਸੋਲਵ ਕਰਦੇ ਆਪਾਂ, ਉਹੀ ਸੇਮ ਪੈਟਰਨ ਤੇ ਹੁਣ ਵੀ ਕਰਾਂਗੇ। इस मोमेंट पे जरा B डॉट dl ओवर द क्लोज सरफेस लगाया, अपना एम्पीरियन लूप ऐसे एक रेक्टेंगुलर शेप च लेता PQRS जिदी हर साइड से डिफाइन करदे पे L लेंथ दी है, इदी हर साइड मेरी L लेंथ दी है। ठीक है, ते इस लेंथ दे उत्ते जे मैं मैग्नेटिक फील्ड दी डायरेक्शन लेनी है ना, ते इस चीज को पहले एक बार स्प्लिट करके लिखन लगिया। आ क्लोज इंटीग्रेशन तोड़ के फिर मैं लिख दूंगा P2Q B vector dot dl plus Q2R, ठीक है जी, B vector dot dl plus R2S B vector dot dl plus S2P B vector dot dl। ठीक है, और इधरली साइड हजे इधर लिखते चलेंगे इक्वल टू म्यू नॉट I डैश। ठीक है, आ गल समझ लगी जो की बेटा? Yes, sir. यस ऐसा च एम्पीयर सर्कुलर लॉ लगाना वो अपने आप च एक क्लोज सरफेस आ। ਅਸੀਂ ਪੂਰੀ क्लोज सरफेस ਦਾ मैग्नेटिक फील्ड ਲੈਣ ਵਾਸਤੇ ਕੰਡੀਸ਼ਨ ਇਹ ਲਗਾਈ
ਕਿ ਉਹਦੇ 4 ਸੈਗਮੈਂਟ ਬਣਾ ਲਏ, ਉਹਦੇ ਰੈਕਟੈਂਗੂਲਰ ਲੂਪ ਨੂੰ ਤੋੜ ਕੇ ਇੱਕ P2Q ਲੈਂਥ ਲੈ ਲਈ, HB.dl ਕੱਢ ਲਾਂਗੇ, ਇੱਕ Q2R ਲੈਂਥ ਲੈ ਲਈ, ਉਹ ਚ ਕੱਢ ਲਾਂਗੇ R2S ਤੇ S2P, ਸਾਰਿਆਂ ਦਾ ਵੱਖਰਾ ਵੱਖਰੇ ਵੈਲਿਊ ਦੀ ਕੰਟਰੀਬਿਊਸ਼ਨ ਕੱਢ ਕੇ ਉਹਨੂੰ ਐਡ ਕਰ ਲਓ ਤੇ ਤੁਹਾਡੇ ਰਿਜ਼ਲਟੈਂਟ ਪੂਰੇ ਦੇ ਪੂਰੀ ਕਲੋਜ਼ ਇੰਟੀਗ੍ਰੇਸ਼ਨ ਆ ਜਾਏਗੀ। ਉਹਦੇ ਲਈ ਹੁਣ ਇੱਥੇ ਡਿਫਾਈਨ ਕਰਨ ਲੱਗੇ ਪਹਿਲਾਂ P2Q, ਜੇ P2Q ਚੱਲਾ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਤੇ P ਤੋਂ Q ਵੱਲ ਜਿਹੜੀ ਲੈਂਥ ਦਾ dl ਵੈਕਟਰ ਹੋਏਗਾ, ਠੀਕ ਹੈ, ਲੈਂਥ ਦਾ ਟੈਂਜੈਂਟ, ਲੈਂਥ ਅਸੀਂ ਕਿਹਾ ਸੀ ਹਮੇਸ਼ਾ ਅਲੋਂਗ ਦਾ ਟੈਂਜੈਂਟ ਹੋਏਗੀ, ਤੇ P2Q ਟੈਂਜੈਂਟ ਦੀ ਡਾਇਰੈਕਸ਼ਨ ਤੇ B ਵੈਕਟਰ ਦੀ ਡਾਇਰੈਕਸ਼ਨ ਸੇਮ ਆ। ਇਸ ਲਈ ਇਸ ਕੇਸ ਦੇ ਅੰਦਰ यानी जे P2Q वाले केस लिखा तो इथे BDL cos 0 डिग्री आ जाऊ। क्या आ चीज क्लियर आ? सर रिपीट करियो। यस सर। जे बुद्ध मैं आ वाली लेंथ दे उत्ते P2Q लेंथ ते लगाना B वेक्टर डॉट dl ते ਅਸੀਂ ਕਿਹਾ ਸੀਗਾ ਜੀ B वेक्टर ਦੀ ਡਾਇਰੈਕਸ਼ਨ, ਠੀਕ ਹੈ, ਉਹ ਵੀ P2Q ਆਉਂਦੀ ਬਈ, ਤੇ ਜਿਹੜਾ ਇਸ ਲੈਂਥ ਦਾ ਟੈਂਜੈਂਟ ਹੋਏਗਾ PQ ਦਾ ਉਹ ਵੀ ਇਸੇ ਡਾਇਰੈਕਸ਼ਨ ਚ ਰਹੇਗਾ। इसलिए B वेक्टर पे dl वेक्टर ਜਿਹੜਾ ਹੋਏਗਾ both lies in same direction। ओके सर। यस ਜਦੋਂ सर। Q2R ਲਗਾਣੀ ਇਹੀ ਕੰਡੀਸ਼ਨ ਤੇ Q2R ਵਾਲੇ ਕੇਸ ਚ dl ਵੈਕਟਰ ਮੇਰਾ ਜਿਹੜਾ ਹੋਏਗਾ ਲੈਂਥ ਵੈਕਟਰ ਹੈ ਨਾ, ਤੇ ਜਿਹੜਾ ਮੈਗਨੈਟਿਕ ਫੀਲਡ ਵੈਕਟਰ ਹੈ ਇਹ ਦੋਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੋ ਗਏ। ਇਹ ਮਤਲਬ ਇੱਥੇ ਐਂਗਲ ਲਵਾਂ ਤੇ ਇਹਨਾਂ ਚ cos 90 ਆ ਜਾਊ। यस सर। यस सर। ਤੁਸੀਂ ਇਸ ਕੇਸ ਤੇ ਅਪਲਾਈ ਕਰੋਗੇ Q2R ਵਾਲੇ ਕੇਸ ਦੇ ਅੰਦਰ, ਇੱਥੇ ਆ ਜਾਏਗਾ ਜੀ BDL cos 90, ਠੀਕ ਹੈ। ਹੁਣ ਅਗਲਾ ਇੱਕ ਚੀਜ਼ ਸਮਝ ਲਿਓ, ਗਲਤੀ ਜਦੋਂ ਹੋਣੀ ਆ ਥਰਡ ਪਾਰਟ ਚ ਹੋਣੀ ਆ, ਜਦੋਂ ਅਸੀਂ ਆਊਟਸਾਈਡ ਦਾ ਸੋਲੇਨੋਇਡ ਆ, ਨੋ ਡਾਊਟ ਕਿ ਵੀ R2S ਦੀ ਡਾਇਰੈਕਸ਼ਨ ਤੇ B ਵੈਕਟਰ ਦੀ ਡਾਇਰੈਕਸ਼ਨ ਇੱਕ ਦੂਜੇ ਤੋਂ ਆਪੋਜ਼ਿਟ ਆ, ਠੀਕ ਹੈ, ਪਰ ਸਾਨੂੰ ਇੱਕ ਇਹ ਵੀ ਪ੍ਰੋਪਰਟੀ ਪਤਾ ਕਿ ਸੋਲੇਨੋਇਡ ਦੇ ਆਊਟਸਾਈਡ ਮੈਗਨੈਟਿਕ ਫੀਲਡ 0 ਆ। ਅਸੀਂ ਕਿਹਾ ਸੀ ਸੋਲੇਨੋਇਡ ਦੇ ਜਦੋਂ ਆਊਟਸਾਈਡ ਪੁਆਇੰਟ ਲਾਵਾਂਗਾ ਹਨਾ, ਤੇ ਜਿਹੜਾ ਪੁਆਇੰਟ ਸੋਲੇਨੋਇਡ ਤੋਂ ਬਾਹਰ ਨਿਕਲ ਗਿਆ ਉਸ ਥਾਂ ਤੇ ਮੈਗਨੈਟਿਕ ਫੀਲਡ ਹੀ ਨਲੀਫਾਈ ਹੋ ਜਾਂਦਾ। ਇਸ ਲਈ ਥਰਡ ਪਾਰਟ ਦੇ ਅੰਦਰ ਐਂਗਲ ਦੀ ਕੰਡੀਸ਼ਨ ਤੋਂ ਪਹਿਲਾਂ B ਆਪਣੇ ਆਪ ਚ 0 ਆ। ਇਸ ਲਈ ਜੇ B 0 ਹੋ ਗਿਆ ਤੇ ਇਹਨੂੰ ਕਿਸੇ ਨਾਲ ਵੀ ਡਾਟ ਖੋਲਾ ਇਹਦੀ ਉਹ ਰਿਜ਼ਲਟ 0 ਹੀ ਰਹੂਗਾ। यस सर। यस ਤੇ ਮੈਂ ਇੱਥੇ ਆ ਕੰਡੀਸ਼ਨ ਲਿਖਣੀ ਆ R2S ਤੇ ਇੱਥੇ ਮੇਰੇ ਕੋਲ ਜਿਹੜੀ ਵੈਲਿਊ ਹੋਏਗੀ ਕਿ ਸਾਰੀ ਟਰਮ ਦੀ, ਇਹਨੂੰ ਆਪਾਂ ਸਿੱਧਾ ਹੀ ਇੱਥੇ ਲਿਖ ਰਹੇ R2S ਵਾਲੇ ਨੂੰ ਇਹਨੂੰ 0 ਲਿਖ ਦੋ, ਨਾਲ ਸਾਈਡ ਦਾ ਪਹਿਲਾ ਰੀਜ਼ਨ ਦੇ ਦਾਂਗੇ ਕਿ ਆਊਟਸਾਈਡ ਦਾ ਸੋਲੇਨੋਇਡ ਮੈਗਨੈਟਿਕ ਫੀਲਡ 0 ਆ, ਇਸ ਲਈ ਡਾਟ ਪ੍ਰੋਡਕਟ ਦਾ ਕੋਈ मीनिंग ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਆ ਜੋ S2P ਆਪਾਂ ਡਾਊਨਵਰਡ ਆ ਤੇ ਮੈਗਨੈਟਿਕ ਫੀਲਡ ਮੇਰਾ ਫਾਰਵਰਡ ਆ, ਤੇ ਜੇ ਇੱਥੇ ਐਂਗਲ ਲਵਾਂ ਤੇ ਬੇਸ਼ੱਕ ਇਹਨੂੰ cos 90 ਨਾ ਕਹਿ ਦਿਓ, ਬੇਸ਼ੱਕ cos 270 ਨਾ ਕਹਿ ਦਿਓ, ਠੀਕ ਹੈ, ਦੋਨਾਂ ਕੇਸਿਸ ਦੇ ਅੰਦਰ ਵੈਲਿਊ ਦਾ ਕੋਈ ਚੇਂਜ ਨਹੀਂ ਆ। cos 90 ਤੇ cos 270 ਦੀ ਵੈਲਿਊ 0 ਹੁੰਦੀ, ਇਸ ਲਈ ਜਿਹੜਾ ਥਰਡ ਤੇ ਆ ਮੇਰੇ ਕੋਲ ਅਗਲਾ ਕੇਸ ਬਣਨਾ S2P, ਇੱਥੇ BDL cos 90 ਹੀ ਫੇਰ ਆ ਜਾਏਗਾ ਇਕੁਅਲ ਟੂ mu naught ਟਾਈਮਸ ਦਾ I ਡੈਸ਼। क्या आ चार स्टेप क्लियर आ? यस सर। ਹੁਣ ਇਹਦੇ ਵਿੱਚੋਂ ਚੱਲੀਏ सर एक बार रिपीट करियो सर। ਕਿਹੜੇ ਵਾਲਾ ਜੀ? सर लास्ट वाला सर। ਲਾਸਟ ਵਾਲੇ ਚ ਅਸੀਂ ਇਹ ਕਿਹਾ ਨਾ ਕਿ ਵੀ ਜੇ S2P ਚੱਲਾ, ਇੱਥੇ ਜਦੋਂ Q2R ਚੱਲੇ ਸੀ ਅਸੀਂ ਕਿਹਾ ਜੀ ਅਸੀਂ ਅਪਵਰਡ ਗਏ ਤੇ ਉਹਦਾ B ਦੇ ਨਾਲ ਐਂਗਲ ਅਸੀਂ 90 ਕੰਸੀਡਰ ਕੀਤਾ। ਹੁਣ ਇੱਥੇ S2P ਤੁਸੀਂ ਡਾਊਨਵਰਡ ਆਏ ਤੇ ਇਹਦਾ B ਨਾਲ ਐਂਗਲ ਲਵਾਂ, ਹੈ ਤੇ ਇਹਦਾ ਵੀ 90 ਆ, ਪਰ ਜੇ ਮੈਂ ਡਾਇਰੈਕਸ਼ਨ ਆਪੋਜ਼ਿਟ ਕਰਕੇ ਸੋਚਾਂ ਵੀ ਤੇ ਉਹ ਐਂਗਲ ਮੇਰਾ 270 ਕੰਸੀਡਰ ਹੋ ਜੂ। हाँ जी सर। मतलब आ डायरेक्शन बुत जे आ डायरेक्शन ते एदी डायरेक्शन दे अंदर ਅਸੀਂ एंगल 90 ਲਿੱਤਾ ਵਾ, ਤੇ ਜੇ ਮੈਂ ਆ ਅਗਲੀ ਡਾਇਰੈਕਸ਼ਨ ਆ ਗਿੰਦਾ ਪਿਆ ਯਾਨੀ S2P ਵਾਲੀ ਆ ਡਾਇਰੈਕਸ਼ਨ ਗਿੰਦਾ ਪਿਆ, ਤੇ ਜੇ ਆ 90 ਨਿਕਲ ਗਿਆ ਤੇ ਮੇਰੇ ਕੋਲ ਜਿਹੜਾ ਬਾਕੀ ਐਂਗਲ ਘੁੰਮ ਗਏ ਤੋਂ ਮੇਰੇ ਕੋਲ ਆ ਬਾਕੀ ਦਾ ਬਣ ਕੇ ਆਇਆ ਇਹਦੇ ਨਾਲ, ਉਹ ਮੇਰਾ 270 ਹੋ ਜੂ। हाँ जी सर। इसलिए हम डिफाइन करते हैं कि उस केस के अंदर 90 का केस ले लो या 270 बोथ गिव द सेम वैल्यू, दोनों दी वैल्यू 0 है। इसलिए आ टर्म भी 0 आ टर्म भी 0 ते इथे आउटसाइड दा सोलेनोइड मैग्नेटिक फील्ड अपने आप च 0, इसलिए ओवरऑल आ तीन चीज़ां दी कंट्रीब्यूशन 0 हो जानी ते इनसाइड दा सोलेनोइड B ते DL जेडे ने बोथ आर इन सेम डायरेक्शन। मैग्नेटिक फील्ड ਅਸੀਂ ਮੰਨਦੇ सोलेनोइड ਦੇ ਅੰਦਰ कांस्टेंट ਆ, ਜਿਹੜੀ B ਮੇਰਾ कांस्टेंट है इंटीग्रेशन जो बाहर आ जाएगा, DL मेरे को P2Q ਦੀ ਲੈਂਥ ਆ,
ਤੇ ਅਸੀਂ P2Q ਦੀ ਲੈਂਥ ਐਮਪੀਰੀਅਨ ਲੂਪ ਦੀ L ਮੰਨੀ ਆ। ਇਸ ਲਈ ਜੇ ਨੂੰ ਸੋਲਵ ਕਰਾਂ ਤੇ ਆਹ ਸਾਈਡ ਮੇਰੀ ਸੋਲਵ ਹੋ ਕੇ B P2Q dl ਆਣਾ, ਬਾਕੀ ਤਾਂ ਮੇਰੀਆਂ ਸਾਰੀਆਂ ਜ਼ੀਰੋ ਆ, ਇਕੁਅਲ ਟੂ ਮਿਊ ਨਾਟ I ਡੈਸ਼। ਇਹਨੂੰ ਜੇ ਸੋਲਵ ਕਰੀਏ ਤੇ ਇਹ B L ਆ ਜੂ। ਸੋ B L ਇਕੁਅਲ ਟੂ ਮਿਊ ਨਾਟ I ਡੈਸ਼ ਆ ਜਾਏਗਾ। क्या आ टर्म क्लियर हुई? Yes, sir. यस सर। इसलिए आ पूरे दी पूरी क्लोज इंटीग्रेशन दी वैल्यू सॉल्व करके अपनी BL आ गई which is equal to mu naught times the I dash। ਹੁਣ I dash ਨੂੰ डिफाइन ਕਰਨ ਵਾਸਤੇ ਆਪਾਂ ਇੱਕ ਨਵਾਂ ਵੇਰੀਏਬਲ ਇੰਟਰੋਡਿਊਸ ਕਰਨ ਲੱਗੇ ਔਰ ਉਹਨੂੰ ਡਿਫਾਈਨ ਕਰਿਆ ਸਮਾਲ n ਨਾਲ। let n be the number of turns, n be the number of turns per unit length of a solenoid। मतलब solenoid ਦੀ ਜੇ ਮੈਂ 1 यूनिट लेंथ ਲਵਾਂ ਤੇ ਉਹਦੇ ਟਰਨ n ਵਾ ਤਾਂ ਅਸੀਂ solenoid ਦੀ ਟੋਟਲ ਲੈਂਥ ਮੰਨ ਲਓ l ਮੰਨੀ ਹੋਵੇ। ਇਹਦਾ ਮਤਲਬ and l be the length of solenoid, therefore total number of turns define कर दो। जे 1 सेंटीमीटर या 1 मीटर लेंथ दे टर्न n वा और l मेरे को टोटल लेंथ आते ਅਸੀਂ ਉਹਦੇ टोटल number of turns define कर लांगे। therefore total number of turns of a solenoid, ठीक है जी, ਉਹਨੂੰ कैपिटल n सिंबल दे दो। टोटल नंबर ऑफ टर्न्स ਨੂੰ कैपिटल n सिंबल ਦਿੰਦਾ ਪਿਆ ਤੇ